ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਸੋ ਦੋਸਤੋ, ਜਿੱਦਾਂ ਕਿ ਮੈਂ ਤੁਹਾਨੂੰ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਦੱਸ ਦਿੱਤਾ ਸੀ ਕਿ ਆਪਣੀ ਜੋ ਕੋਆਪਰੇਟਿਵ ਬੈਂਕ ਦੀ ਜੋ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਸੀ ਕਿ ਕੋਆਪਰੇਟਿਵ ਬੈਂਕ ਦੇ ਵਿੱਚ ਜੋ ਵੇਟਿੰਗ ਲਿਸਟ ਦੇ ਬਾਰੇ ਇੱਕ ਨੋਟਿਸ ਜਾਰੀ ਹੋਇਆ ਕਿ 13, 14 ਤੇ 15 ਜੂਨ ਨੂੰ ਆਪਣਾ ਇਹਦਾ ਕਾਉਂਸਲਿੰਗ ਹੋਏਗੀ। ਸੈਕੰਡ ਜਿਹੜੀ ਵੇਟਿੰਗ ਲਿਸਟ ਹੋਏਗੀ ਆਪਣੀ, ਠੀਕ ਆ, ਸੈਕੰਡ ਵੇਟਿੰਗ ਲਿਸਟ। ਸੋ ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਉਹਦੀ ਕੈਟਾਗਰੀ ਵਾਈਜ਼ ਇਹਨਾਂ ਨੇ ਬੋਰਡ ਦੀ ਸਾਈਟ ਦੇ ਉੱਤੇ ਅਪਲੋਡ ਕਰ ਦਿੱਤੀ ਹੈ ਕਿ ਕਿਹੜੇ ਕੈਂਡੀਡੇਟਸ ਨੂੰ ਵੇਟਿੰਗ ਲਈ ਬੁਲਾਇਆ ਜਾਵੇਗਾ, ਠੀਕ ਆ। ਸੋ ਇਹ ਵੇਟਿੰਗ ਲਿਸਟ ਦਾ ਮਤਲਬ ਇਹ ਨਹੀਂਗਾ ਕਿ ਇਹ ਸਾਰੇ ਕੈਂਡੀਡੇਟ ਹੀ ਅਗਰ ਕਾਉਂਸਲਿੰਗ ਕਰਵਾਉਣਗੇ ਤਾਂ ਸਿਲੈਕਟ ਹੋ ਜਾਣਗੇ। ਸੋ ਇਹਦੇ ਵਿੱਚ ਬਾਰੇ ਅਜੇ ਤੱਕ ਇਹਨਾਂ ਨੇ ਕੋਈ ਵੀ ਡਿਟੇਲ ਸਾਂਝੀ ਨਹੀਂ ਕੀਤੀ ਗਈ ਕਿ ਇਸ ਟਾਈਮ ਦੇ ਉੱਤੇ 100 ਪੋਸਟ ਖਾਲੀ ਆ, 200 ਆ ਜਾਂ 300 ਆ ਜਾਂ ਕਿੰਨੇ ਗੁਣਾ ਕੈਂਡੀਡੇਟ ਅਸੀਂ ਬੁਲਾ ਰਹੇ ਹਾਂ। ਹੋ ਸਕਦਾ ਵਾ ਪੂਰੇ ਕੈਂਡੀਡੇਟ ਹੀ ਬੁਲਾਏ ਹੋਣ, ਇੰਨੀਆਂ ਸੀਟਾਂ ਖਾਲੀ ਹੋਣ। ਸੋ ਇਹ ਆਪਾਂ ਨੂੰ ਬਾਅਦ ਵਿੱਚ ਪਤਾ ਲੱਗ ਜਾਏਗਾ। ਸੋ ਫਿਲਹਾਲ ਇਹ ਕੈਂਡੀਡੇਟਸ ਆ ਜਿਨ੍ਹਾਂ ਨੂੰ ਕਿ ਵੇਟਿੰਗ ਲਿਸਟ ਦੇ ਵਿੱਚ ਮੌਕਾ ਦਿੱਤਾ ਗਿਆ ਹੈ ਕਾਉਂਸਲਿੰਗ ਲਈ। ਸੋ ਸਾਰਿਆਂ ਨੇ ਜਾਣਾ ਵਾ ਆਪਣੇ ਜਿਨ੍ਹਾਂ ਦਾ ਵੀ ਨਾਮ ਇਹਦੇ ਵਿੱਚ ਫਾਲ ਕਰ ਰਿਹਾ ਵਾ ਜਾ ਕੇ ਦੇਖੋ, ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਅਗਰ ਇਹਨਾਂ ਨੇ ਪੂਰੇ ਕੈਂਡੀਡੇਟ ਬੁਲਾਏ ਨੇ, ਜਿੰਨੀਆਂ ਵੀ ਸੀਟਸ ਖਾਲੀ ਨੇ, ਤਾਂ ਸਾਰਿਆਂ ਦਾ ਹੀ ਨੰਬਰ ਇਹਦੇ ਵਿੱਚ ਆ ਸਕਦਾ। ਬਟ ਪੂਰੀ ਸ਼ੋਰਟੀ ਨਹੀਂ ਕਿ ਕਿਉਂਕਿ ਉਹਨਾਂ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਹ ਸਾਰੇ ਜਿਹੜੇ ਕੈਂਡੀਡੇਟ ਆ ਇੰਨੀਆਂ ਹੀ ਸੀਟਾਂ ਖਾਲੀ ਪਈਆਂ, ਠੀਕ ਹੈ ਜੀ। ਸੋ ਦੇਖੋ ਜੀ, ਸੋ ਆਹ ਵਾਲੇ ਕੈਂਡੀਡੇਟਸ ਨੂੰ ਬੁਲਾਇਆ ਵਾ ਸ਼ਿਫਟ 1 ਦੇ ਵਿੱਚ, ਜਿਹੜੀ ਕਿ 13 ਤਰੀਕ ਨੂੰ ਜਿਹੜੀ ਕਾਉਂਸਲਿੰਗ ਹੋਏਗੀ। ਦੇਖੋ ਜੀ, ਆਹ 78.75 ਮਾਰਕਸ ਵਾਲੇ, 78.50 ਵਾਲੇ, 25 ਵਾਲੇ ਵੀ ਫਾਲ ਕਰ ਰਹੇ ਆ। ਜਰਨਲ ਕੈਟਾਗਰੀ ਦੀ ਕੱਟ ਆਫ ਆ ਜੀ ਇਹ, ਠੀਕ ਆ ਜੀ। ਜਰਨਲ ਕੈਟਾਗਰੀ ਇਹ ਦੇਖ ਲਓ ਜੀ। EWS ਕੈਟਾਗਰੀ ਦੇਖ ਲਓ ਜੀ। EWS ਕੈਟਾਗਰੀ ਦੇ ਵੀ ਇਹਦੇ ਵਿੱਚ ਹੀ ਮੈਂਸ਼ਨ ਆ। ਜੇਕਰ ਆਪਾਂ ਟੋਟਲ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਓਪਨ ਕੈਟਾਗਰੀ ਦੇ ਕੈਂਡੀਡੇਟਸ ਆਏ ਨੇ ਜੀ। ਸੋ EWS, ਠੀਕ ਹੈ ਜੀ। EWS ਦੇ ਟੋਟਲ 67, ਟੋਟਲ ਅਗਰ ਆਪਾਂ ਜਰਨਲ ਪਲੱਸ EWS ਦੀ ਗੱਲ ਕਰੀਏ ਤਾਂ ਟੋਟਲ 67 ਕੈਂਡੀਡੇਟਸ ਨੂੰ ਮੌਕਾ ਦਿੱਤਾ ਗਿਆ ਵਾ ਦੂਸਰੀ ਉਹਦੇ ਲਈ, ਠੀਕ ਹੈ ਜੀ। ਸੋ ਹੋ ਸਕਦਾ ਵਾ ਇਹ ਮੇਰੇ ਹਿਸਾਬ ਦੇ ਨਾਲ ਜਿਹੜੀਆਂ 67 ਹੀ ਸੀਟਾਂ ਖਾਲੀ ਹੋਣਗੀਆਂ, ਕਿਉਂਕਿ ਪਹਿਲਾਂ ਵੀ ਇਹਨਾਂ ਨੇ ਜਿਹੜੀ ਪਹਿਲੀ ਕਾਉਂਸਲਿੰਗ ਕੀਤੀ ਸੀ, ਵੈਸੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਮੈਂ ਬਾਰ-ਬਾਰ ਕਹਿ ਰਿਹਾ ਕਿ ਉਹਨਾਂ ਨੇ ਕੋਈ ਅਫੀਸ਼ੀਅਲ ਇਹ ਐਲਾਨ ਨਹੀਂ ਕੀਤਾ ਵੀ 67 ਹੀ ਸੀਟਾਂ ਸਾਡੇ ਕੋਲ ਇਹਦੇ ਲਈ ਖਾਲੀ ਆ, ਕਾਮਨ ਲਈ, ਜਰਨਲ ਤੇ ਮੈਰਿਟ ਲਈ। ਸੋ ਮੇਰੇ ਅਕੋਰਡਿੰਗ ਉਹਨਾਂ ਨੇ ਜਿਹੜੇ ਹਿਸਾਬ ਦੇ ਨਾਲ ਪਹਿਲਾਂ ਕਾਉਂਸਲਿੰਗ ਕੀਤੀ ਸੀ ਕਿ ਇਸ ਟਾਈਮ ਦੇ ਉੱਤੇ 67 ਸੀਟਾਂ ਖਾਲੀ ਹੋਣਗੀਆਂ EWS ਤੇ ਜਰਨਲ ਦੀਆਂ। ਸੋ ਉਹਨਾਂ ਨੇ 67 ਦੇ 67 ਕੈਂਡੀਡੇਟਸ ਨੂੰ ਪੂਰੇ ਕੈਂਡੀਡੇਟਸ ਨੂੰ ਹੀ ਇੱਕ ਮੌਕਾ ਦੇ ਕੇ ਦਿੱਤਾ ਹੋਏਗਾ ਕਿ ਹਾਂ ਇਹ ਕੈਂਡੀਡੇਟ ਆ ਸਕਦੇ ਆ। ਹੋ ਸਕਦਾ ਵਾ ਇਹਦੇ ਵਿੱਚ 50 ਸੀਟਾਂ ਖਾਲੀ ਹੋਣ, ਹੋ ਸਕਦਾ 40 ਹੋਣ, ਪਰ ਮੇਰੇ ਅਕੋਰਡਿੰਗ 67 ਸੀਟਾਂ ਤਾਂ ਇਸ ਟਾਈਮ ਹੋਣਗੀਆਂ ਜਿਹੜੀਆਂ ਕਿ ਇਸ ਟਾਈਮ ਜਰਨਲ ਕੈਟਾਗਰੀ ਦੀਆਂ ਖਾਲੀ ਹੋਣਗੀਆਂ। ਮਤਲਬ ਕਿ ਜਿਨ੍ਹਾਂ ਨੇ ਅਜੇ ਤੱਕ, ਜਾਂ ਹੋ ਸਕਦਾ ਵਾ ਕਿ ਇਹਨਾਂ ਨੇ, ਕਿਉਂਕਿ ਕਾਫੀ ਕੈਂਡੀਡੇਟ ਰਿਜ਼ਾਈਨ ਵੀ ਕਰਕੇ ਗਏ ਨੇ ਕਿਉਂਕਿ ਪਟਵਾਰੀ ਦੇ ਵਿੱਚ ਜਾਣਗੇ। ਸੋ ਕੁਝ ਕੈਂਡੀਡੇਟ ਨੇ ਪਹਿਲਾਂ ਹੀ ਕਾਉਂਸਲਿੰਗ ਅਟੈਂਡ ਨਹੀਂ ਸੀ ਕੀਤੀ। ਸੋ ਕੁਝ ਕੈਂਡੀਡੇਟ ਇਹਦੇ ਵਿੱਚ ਉਹ ਵੀ ਫਾਲ ਕਰ ਸਕਦੇ ਨੇ, ਠੀਕ ਆ। ਸੋ ਹੁਣ ਦੇਖੋ ਜੀ ਅੱਗੇ ਨੈਕਸਟ ਇਹ ਕੱਟ ਆਫ ਸੀਗੀ ਜੀ ਤੁਹਾਡੀ ਫੀਮੇਲ ਦੀ। ਫੀਮੇਲ ਕੱਟ ਆਫ EWS ਦੀ 72.5 ਜਾ ਰਹੀ ਆ, ਠੀਕ ਆ ਜੀ, ਨੋਟ ਕਰ ਲਓ ਤੁਸੀਂ। ਸੋ EWS ਦੀ ਮੇਲ ਕੈਟਾਗਰੀ ਰਾਹੁਲ ਗਰਗ ਨਾਮ ਹੈ, 61 ਨੰਬਰ ਰੈਂਕ ਇਹਨਾਂ ਦਾ ਬਣਾ ਰਹੇ ਨੇ ਉਹ ਇਸ ਟਾਈਮ। ਸੋ ਇਸ ਟਾਈਮ ਦੇ ਉੱਤੇ 75.5, ਠੀਕ ਹੈ ਜੀ, 72.5 ਫੀਮੇਲ ਦੀ। ਤੇ ਜਿਹੜੇ ਆਪਣੇ ਮੇਲ ਹੈਗੇ ਰਾਹੁਲ ਗਰਗ ਨਾਮ ਇਹਨਾਂ ਦਾ ਵਾ, EWS ਕੈਟਾਗਰੀ 'ਚ 75.5 ਇਹਨਾਂ ਦੀ ਕੱਟ ਆਫ ਜਾ ਰਹੀ ਆ ਇਸ ਟਾਈਮ ਦੇ ਉੱਤੇ ਕਾਉਂਸਲਿੰਗ ਲਈ, ਠੀਕ ਹੈ ਜੀ। ਸੋ ਫਾਈਨਲ ਮੈਰਿਟ ਲਿਸਟ ਨਹੀਂ ਗੀ ਇਹ। ਸੋ ਆਪਾਂ ਇੱਕ ਵਾਰ ਜਰਨਲ ਵੀ ਦੇਖ ਲੈਂਦੇ ਹਾਂ ਜੀ। ਜਰਨਲ ਜਿਹੜੀ ਹੈ ਜੀ, ਜਰਨਲ ਦਾ ਆਪਣਾ, ਠੀਕ ਆ ਜੀ, ਅਰਸ਼ਿਕਾ ਦੀ ਜੋ ਕੱਟ ਆਫ ਜਾ ਰਹੀ ਆ ਇਸ ਟਾਈਮ, ਲਾਸਟ ਕੈਂਡੀਡੇਟ ਆਪਣੇ 51 ਨੰਬਰ ਰੈਂਕ ਤੇ ਹੈ। ਸੋ ਅਰਸ਼ਿਕਾ ਹੈ, ਇਹਨਾਂ ਦੀ ਕੱਟ ਆਫ 76.25, ਠੀਕ ਹੈ ਜੀ। ਇਹ ਜਰਨਲ ਕੈਟਾਗਰੀ ਦੀ ਫੀਮੇਲ ਦੀ ਕੱਟ ਆਫ ਦੀ ਗੱਲ ਕਰ ਰਹੇ ਹਾਂ। ਜਰਨਲ ਫੀਮੇਲ ਇਸ ਟਾਈਮ 76.25 ਦੇ ਉੱਤੇ ਫਾਲ ਕਰ ਰਹੇ ਆ, ਠੀਕ ਹੈ ਜੀ। ਸੋ ਤੁਸੀਂ ਨੋਟ ਕਰ ਲੈਣਾ ਮੈਂ ਇਹ ਜਰਨਲ ਫੀਮੇਲ ਦੀ, ਠੀਕ ਆ। ਸੋ ਨੈਕਸਟ ਆਪਣਾ ਆ ਗਿਆ ਹੋਇਆ ਜੀ ਮੇਲ। ਜਰਨਲ ਮੇਲ ਦੀ ਕੱਟ ਆਫ ਜਾ ਰਹੀ ਆ ਜੀ 77, ਜਿਹੜੀ ਕਿ ਪਹਿਲਾਂ ਆਪਾਂ ਦੇਖਿਆ ਸੀ ਕਿ 78.75 ਤੱਕ ਗਈ ਸੀ ਜਦੋਂ ਪਹਿਲੀ ਕਾਉਂਸਲਿੰਗ ਹੋਈ ਸੀ। ਸੋ ਉਸ ਤੋਂ ਬਾਅਦ ਵੀ ਜੋ ਐਬਸੈਂਟੀ ਕੈਂਡੀਡੇਟ ਦੀ ਵੀ 78.75 ਸੀ, ਪਰ ਇਸ ਟਾਈਮ ਦੇ ਉੱਤੇ 77 ਲਿਸਟ ਜਾ ਰਹੀ ਆ ਆਪਣੀ ਜਰਨਲ ਕੈਟਾਗਰੀ ਦੀ। ਸੋ 77 ਨੰਬਰ ਤੱਕ ਉਹਨਾਂ ਨੇ ਕੈਂਡੀਡੇਟਸ ਨੂੰ ਬੁਲਾਇਆ ਵਾ, ਠੀਕ ਹੈ ਜੀ। ਸੋ ਮੇਲ ਕੈਟਾਗਰੀ, ਸੋ ਇਹ ਰੋਹਿਤ ਕੁਮਾਰ ਨਾਮ ਹੈ ਜਿਨ੍ਹਾਂ ਦਾ ਲਾਸਟ ਵਾਲਾ ਨਾਮ ਹੈ, ਠੀਕ ਹੈ ਜੀ। ਸੋ ਉੱਪਰ ਵੀ ਬਾਕੀ ਲਿਸਟ ਤੁਸੀਂ ਆਪਾਂ PDF ਤੁਹਾਨੂੰ ਸ਼ੇਅਰ ਕਰ ਦਿੱਤੀ ਆ, ਤੁਸੀਂ ਉਹਦੇ ਵਿੱਚ ਸਾਰੇ ਦੇਖੋ। ਸੋ 67 ਕੈਂਡੀਡੇਟਸ ਨੇ, ਠੀਕ ਹੈ ਜੀ, EWS ਤੇ ਉਹਦੇ ਆਪਣੇ। ਹੁਣ ਆਪਾਂ ਦੇਖਾਂਗੇ ਕਿ ਰਿਜ਼ਰਵ ਕੈਟਾਗਰੀ ਦੀਆਂ। ਸੋ ਜੀ ਕਲਰਕ ਦੀ ਹੀ ਜੋ ਡਾਟਾ ਐਂਟਰੀ ਆਪਰੇਟਰ ਦੀ, ਠੀਕ ਹੈ ਜੀ, ਇਹ ਰਿਜ਼ਰਵ ਕੈਟਾਗਰੀ ਦੀਆਂ ਜੋ ਕੈਂਡੀਡੇਟਸ ਨੂੰ ਬੁਲਾਇਆ ਗਿਆ ਸ਼ਿਫਟਾਂ ਦੇ ਵਿੱਚ। ਸ਼ਿਫਟ 1 ਉਹ ਤੁਸੀਂ ਉਹਦੇ ਉੱਤੇ ਦੇਖ ਸਕਦੇ ਹੋ ਸਾਈਟ ਦੇ ਉੱਤੇ, ਠੀਕ ਹੈ ਜੀ। ਸ਼ਿਫਟ 1 13 ਤਰੀਕ ਨੂੰ ਫਾਲ ਕਰ ਰਿਹਾ, ਠੀਕ ਹੈ ਜੀ। 13 ਤਰੀਕ ਨੂੰ ਬੁਲਾਇਆ ਗਿਆ ਇਹਨਾਂ ਨੂੰ, 13 ਜੂਨ ਨੂੰ। ਸੋ ਦੇਖੋ ਜੀ, ਆਹ ਸ਼ਿਫਟ 1 ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਵਾ। ਇਹਨਾਂ ਨੂੰ ਆਹ ਕੈਟਾਗਰੀ ਦੇ ਕੈਂਡੀਡੇਟਸ ਨੇ, ਠੀਕ ਹੈ ਜੀ, BC ਕੈਟਾਗਰੀ। ਸੋ BC ਕੈਟਾਗਰੀ ਦੀ ਕੱਟ ਆਫ ਜਾ ਰਹੀ ਆ ਜੀ ਇਸ ਟਾਈਮ, ਅਗਰ ਆਪਾਂ ਗੱਲ ਕਰੀਏ BC ਕੈਟਾਗਰੀ ਦੇ ਮੇਲ ਕੈਂਡੀਡੇਟਸ ਦੀ ਕੱਟ ਆਫ ਜਾ ਰਹੀ ਆ ਜੀ 74.75, 74.75 ਕੱਟ ਆਫ ਇਸ ਟਾਈਮ ਦੇ ਉੱਤੇ ਸ਼ੋ ਹੋ ਰਹੀ ਆ, ਠੀਕ ਹੈ ਜੀ, ਮੇਲ ਕੈਟਾਗਰੀ ਦੀ, BC ਕੈਟਾਗਰੀ ਦੀ, ਠੀਕ ਆ। ਸੋ 71 ਫੀਮੇਲ ਕੈਟਾਗਰੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਫੀਮੇਲ ਕੈਟਾਗਰੀ ਨੂੰ 71, ਠੀਕ ਹੈ ਜੀ। ਫੀਮੇਲ ਕੈਟਾਗਰੀ BC ਕੈਟਾਗਰੀ ਦੇ ਵਿੱਚ ਫੀਮੇਲ ਕੈਂਡੀਡੇਟਸ ਦੀ ਕੱਟ ਆਫ ਜੋ ਹੈ 71 ਵਾਲਿਆਂ ਨੂੰ ਉਹਨਾਂ ਨੇ ਕਾਉਂਸਲਿੰਗ ਲਈ ਬੁਲਾਇਆ ਵਾ।
ਹੁਣ ਫਰੀडम फाइटर की अगर आप गल करिए फ्रीडम फाइटर जो ये रिजर्व कैटेगरी की ठीक है जी CDO की क्लर्क की है। सो ये इन्हों भी 2 शिफ्टों के बुलाया गया वा। सो यदी मेल की कट ऑफ जा रही है जी 65, ठीक है जी, नोट कर लो 65 कट ऑफ जा रही है फ्रीडम फाइटर की इस टाइम के उत्ते काउंसलिंग लिए। सो नैक्सट आ गया अपना अमनदीप कौर 55 नंबर इस टाइम जो कि फ्रीडम फाइटर के लास्ट जो कैंडीडेट्स ने उन्होंने काउंसलिंग लिए बुलाया गया वा, ठीक है जी। सो नैक्सट आ गया फिजिकल हैंडीकैप इन्हों के आ रहे हैं जी अपने मेल कैटेगरी की 50, ठीक है जी। सो 50 कट ऑफ इन्हों की 50 इन्होंने कट ऑफ रखी है काउंसलिंग लिए, ठीक है जी, काउंसलिंग लिए 50 कट ऑफ निर्धारित की है। सो ये मेल ही इन्होंने किया होया। सो फीमेल की 40.5 जा रही है, तो ये जी मेल की जा रही है सो डीफ एंड हेयर ऑफ हेयरिंग की इन्हों की 40.5 ही जा रही है दोवां की, ठीक है जी। सो ये देख सकते हो तुसीं। सो एक होर अपना आ गया, ठीक है, फिजिकल हैंडीकैप की एक होर कैटेगरी की यदि अपनी मेल की 73 जा रही है तो फीमेल की 53.75 जा रही है। इन्होंने 4 कैंडीडेट्स को बुलाया गया वा। सो हो सकता कि 4 कैंडीडेट्स की ही सीट खाली हो। सो इन्होंने सारिਆਂ का नंबर आने की संभावना हो सकता है कि ये 2 कैंडीडेट्स की सीट खाली हो। सो उन्होंने 2 गुणा 2 वध बुला ले हो तो 4 हो, 4 चों 2 सिलेक्ट करने हो। सो ये तो बाद में जो तुम काउंसलिंग करवा के आओगे उस तो बाद तो जो मैरिट लिस्ट आएगी वो तो नतीजा पता लग जाएगा। हाँ जी SC कैट M&O की, ठीक है जी। सो ये जा रही है जी कट ऑफ मेल की 61.25, नोट कर लो जी 61.25 कट ऑफ जा रही है मेल कैटेगरी, ठीक है जी, मेल कैंडीडेट्स की। सो फीमेल कैटेगरी में किन्ने वालियां नूं बुलाया गया वा काउंसलिंग लिए। सो फीमेल नूं बुलाया गया जी 57, नोट कर लो जी 57 नंबर जिन्हों के भी बन रहे हैं। आ देखो जी रमनदीप कौर इन्हों का नाम आ। 57 जो है वो SC कैटेगरी में M&O लू बुलाया गया वा, ठीक है जी, काउंसलिंग लिए। सो SC कास्ट RO की अगर आप गल करिए RO के कैंडीडेट ज़्यादा बुलाए होंगे। सो ये मेल कैटेगरी में 72.25 SC RO की मेल कैटेगरी के कैंडीडेट्स को लास्ट वाले बुलाया गया वा। तो फीमेल की अगर आप गल करिए फीमेल की लास्ट 68.75, ठीक है जी, 68.75 कैंडीडेट ने जो गगनदीप कौर बलविंदर सिंह डॉटर ऑफ बलविंदर सिंह इन्हों के फीमेल। सो इन्हों 68.75 लास्ट वाले बुलाया गया वा, ठीक है जी। सो ये कैंडीडेट्स ने तुसी लिस्ट दे विच अपना नाम चैक कर सकते हो। सो ये आ गई जी ESM कैटेगरी जो एक्स सर्विसमैन कैटेगरी जरनल की कट ऑफ जा रही है जी इस टाइम के उत्ते। सो इस टाइम 13 सीट्स पहले तो 26 कैंडीडेट्स को बुलाया गया वा। सो ये इस तरह आप कह नहीं सकते कि इस टाइम 13 सीटां इन्हां दी खाली होणगियां या 26, क्योंकि जेकर 13 दी आपां 13 होणगियां तो हो सकता इन्होंने 2 गुणा बुलाए होण तो 13 ये विचों सिलेक्ट करने होण। सो इन्हां दी कट ऑफ जा रही है जी 51.5, ठीक है जी, 51.5 इन्हां दी कट ऑफ जा रही है सैल्फ नूं जो अपने सैल्फ उम्मीदवार नूं बुलाया गया वा। सो इन्होंने ESM जरनल कैटेगरी की। सो तुसीं देख सकते हो कि ये सारियां कैटेगरीज की कट ऑफ इस तरह निर्धारित इन्होंने काउंसलिंग लिए की गई आ। मैनूं जिथों तक लग रहा वा इन्हां दी लिस्ट के अकॉर्डिंग जेकर मैं लिस्ट की गल करा, क्योंकि ਜਿਹੜੇ ये देखो ना तुसीं एक बारी ये ਜਿਹੜੀਆਂ रिजर्व कैटेगरी की मैं गल कर रहा जरनल कैटेगरी की मैं कह नहीं सकता। देखो इन्होंने ना 12 कैंडीडेट पहला बुला ले, उस तो बाद इन्होंने 12 ही होर बुलाए। जिन्ने कैंडीडेट पहली शिफ्ट च बुलाए दूजे भी 12 ही उन्ने च बुला ले। सो ये तो मैनूं इस तरह लग रहा कि इस टाइम 12 सीटां ये खाली होणगियां तो 12 कैंडीडेट्स इन्होंने एक्सट्रा बुलाए होंगे कि 24 के विचों 12 सिलेक्ट हो जाएंगे। सो मेरे अकॉर्डिंग इन्ना हो सकता वा। सो जरनल कैटेगरी हो सकता कि जरनल जां अपनी EWS पूरे ही बुलाए होण। सो ये इन्होंने देख के मैनूं ये लग रहा कि ਜਿਹੜੇ शिफ्ट 1 शिफ्ट 2 ਦੇ ਵਿੱਚ बुलाए जा रहे हैं कैंडीडेट। देखो सारियां लिस्टां ਦੇ ਵਿੱਚ ਤੁਸੀਂ देख सकते हो कि 3 जिद्दां कि ਇਹਦੇ ਵਿੱਚ भी 3 बुलाए सी, ਇਹਦੇ ਵਿੱਚ 2 बुलाए सी, 2 ही होर दूजी शिफ्ट 'ਚ बुलाए हुए हैं। इस तरह SC कैटेगरी के पहली शिफ्ट 'ਚ 8 बुलाए हुए हैं। आ देखो जी दूजी शिफ्ट 'ਚ फिर 8 बुला लिया, मतलब कि मैनूं लग रहा वा यह कि 8 सीटां खाली होणगियां इस टाइम। बाकी आपां नूं जदों भी इहदी फाइनल मैरिट लिस्ट आएगी सो आपां नूं पता लगा। सो सारे कैंडीडेट्स ने इस टाइम के उत्ते जाना वा, ठीक है जी, अपना तुसीं ओह करना वा काउंसलिंग जरूर करनी आ। सो ESM SC की 42.5 जा रही है तो ESM अपनी 41.5 जा रही है। सो दूजी शिफ्ट के भी बुलाया हुआ उन्होंने 41.25 जा रही है, ठीक है जी। सो ESM एक्स सर्विसमैन BC की जा रही है जी 47.5, ठीक है जी। सो देख सकते हो कि इन्नी कट ऑफ इन्हों की जा रही है। सो सारे कैंडीडेट्स ने इस टाइम के उत्ते जाना वा, आपकी काउंसलिंग जरूर अटेंड कराउणी आ। चाहे ये 24 सीटां ने, एक चीज़ तुसीं ध्यान देनी आ, चाहे ये 24 सीटां ने सिर्फ 12 सीटां ने मान लो तो 24 कैंडीडेट बुला ले हुए, जरूरी नहीं कि वो 24 के 24 ही वो जा मतलब कि फॉलो करनगे, क्योंकि इन्हों के कुछ कैंडीडेट इदां दे भी हो सकते जिन्हों के किसी होर भर्ती के शायद नाम आया हो सकता पंजाब पुलिस के नाम आया हो सकता किसी होर च। सो तुसीं सारिਆਂ ने ही काउंसलिंग लिए जाना वा, किसी ने भी काउंसलिंग मिस नहीं करनी,
ਕਿਉਂਕਿ ਆਪਾਂ ਨੂੰ ਅਜੇ ਤੱਕ ਕੋਈ ਵੀ ਆਈਡੀਆ ਨਹੀਂ ਕਿ ਇਹਨਾਂ ਨੇ 12 ਸੀਟਾਂ ਲਈ ਬੁਲਾਇਆ ਵਾ, ਜਿੱਦਾਂ ਕਿ ਆ ਕੈਟਾਗਰੀ ਦੀ ਆਪਾਂ ਐਗਜ਼ਾਮਪਲ ਲਈ ਆ ਕਿ 24 ਸੀਟਾਂ ਲਈ ਹੀ ਇਹਨਾਂ ਨੇ ਪੂਰੇ ਕੈਂਡੀਡੇਟ ਬੁਲਾਏ ਨੇ। ਸੋ ਤੁਸੀਂ ਸਾਰਿਆਂ ਨੇ ਜਾਣਾ ਮੈਂ, ਕਿਉਂਕਿ ਪਿਛਲੀ ਵਾਰ ਇਹਨਾਂ ਨੇ ਪੂਰੇ ਕੈਂਡੀਡੇਟ ਹੀ ਬੁਲਾਏ ਸੀ ਜਿੰਨੀਆਂ ਸੀਟਾਂ ਦੇ। ਸੋ ਰਿਸਕ ਨਹੀਂ ਲੈਣਾ ਤੁਸੀਂ। ਸੋ ਆਪਾਂ ਥੋੜਾ ਜਿਹਾ ਹੁਣ ਜਿਹੜੀਆਂ ਦੂਸਰੀਆਂ ਪੋਸਟਾਂ ਸੀ, ਜੋ ਮੈਨੇਜਰ ਦੀ ਪੋਸਟ ਸੀਗਾ ਸੀਨੀਅਰ ਮੈਨੇਜਰ ਦੀ, IT ਆਫੀਸਰ ਤੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ, ਠੀਕ ਆ। ਸੋ ਇਹਨਾਂ ਦੀ ਵੀ ਆਪਾਂ ਦੇਖ ਲੈਂਦੇ ਆ ਕਿ ਕਿੰਨੇ ਬਣ ਰਹੇ ਨੇ ਇਹਨਾਂ ਦੇ। ਸੋ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਹੋਇਆ ਕਿ ਜਿਹੜੀ ਮੈਰਿਟ ਜਿਹੜੀ ਹੋ ਰਹੀ ਆ ਉਹਦਾ ਮਤਲਬ ਇਹ ਨਹੀਂਗਾ ਇਹ ਪ੍ਰੋਵੀਜ਼ਨਲ ਆ, ਠੀਕ ਆ ਜੀ। ਸੋ ਆਹ ਦੇਖੋ ਜੀ, ਇਹਨਾਂ ਨੇ ਸਾਫ਼-ਸਾਫ਼ ਲਿਖਿਆ ਪ੍ਰੋਵੀਜ਼ਨਲ ਮੈਰਿਟ ਲਿਸਟ ਆ। ਇਹਦਾ ਮਤਲਬ ਇਹ ਨਹੀਂਗਾ ਕਿ ਇਹਦੇ ਲਈ ਅਪਾਇੰਟਮੈਂਟ ਦਾ ਕੋਈ ਹੱਕ ਨਹੀਂ ਰਹੂਗਾ। ਜਿੰਨੇ ਵੀ ਰਾਈਟ ਨੇ ਸਾਰੇ ਮੈਨੇਜਿੰਗ ਡਾਇਰੈਕਟਰ ਆਫ ਬੈਂਕ ਦੇ ਕੋਲੇ ਰਹਿਣਗੇ ਹੱਕ ਕਿ ਕਿੰਨੀਆਂ ਸੀਟਾਂ ਨੇ ਤੇ ਕਿੰਨੇ ਇਹਨਾਂ ਨੂੰ ਸਿਲੈਕਟ ਕਰਨਾ ਵਾ, ਠੀਕ ਆ। ਕਿਹੜੇ ਉੱਪਰਲੀ ਮੈਰਿਟ ਵਾਲੇ ਹੀ ਸਿਲੈਕਟ ਹੋਣਗੇ। ਸੋ ਇਹਨਾਂ ਦੇ ਅਕੋਰਡਿੰਗ ਆਹ ਦੇਖੋ ਜੀ, ਇਹਦੇ ਵਿੱਚ ਇਹਨਾਂ ਨੇ ਓਪਨ ਕੈਟਾਗਰੀ ਮੈਨੇਜਰ ਦੀ ਮੈਂ ਗੱਲ ਕਰ ਰਿਹਾ ਵਾਂ, ਮੇਲ ਕੈਟਾਗਰੀ ਦੀ 78.75 ਜਾ ਰਹੀ ਆ। ਸੋ ਪਹਿਲੀ ਸ਼ਿਫਟ 'ਚ ਇੱਕ ਬੰਦਾ ਬੁਲਾਇਆ ਵਾ, ਇੱਕ ਕੈਂਡੀਡੇਟ ਨੂੰ ਬੁਲਾਇਆ, ਦੂਜੀ ਦੇ ਵਿੱਚ ਫਿਰ ਇੱਕ ਬੁਲਾਇਆ ਵਾ, ਠੀਕ ਆ। ਸੋ ਇਹਦੇ ਵਿੱਚ ਵੀ ਇਹਨਾਂ ਨੇ ਜਿੰਨੇ ਕੈਟਾਗਰੀ ਜਿੰਨੀ ਪਹਿਲੀ ਦੇ ਵਿੱਚ ਬੁਲਾ ਰਹੇ ਆ ਸ਼ਿਫਟ ਦੇ ਵਿੱਚ, ਉਨੀ ਹੀ ਦੂਜੀ ਸ਼ਿਫਟ ਦੇ ਵਿੱਚ ਬੁਲਾ ਰਹੇ ਆ। ਦੇਖੋ ਜੀ, ਪਹਿਲੀ ਸ਼ਿਫਟ ਦੇ ਵਿੱਚ ਇੰਨੇ ਕੈਂਡੀਡੇਟਸ ਨੂੰ, ਜੋ ਇੱਕ ਕੈਂਡੀਡੇਟ ਨੂੰ ਬੁਲਾਇਆ ਵਾ ਇਹਦੇ 'ਚ SCMOV ਕੈਟਾਗਰੀ ਦੀ ਮੈਨੇਜਰ ਦੀ ਮੈਂ ਗੱਲ ਕਰ ਰਿਹਾ 64.25 ਤੇ ਦੂਸਰੇ ਕੈਂਡੀਡੇਟਸ ਨੂੰ 60.25 ਵਾਲੇ ਨੂੰ ਬੁਲਾਇਆ ਗਿਆ ਵਾ, ਠੀਕ ਆ ਜੀ, ਦੂਜੀ ਸ਼ਿਫਟ ਦੇ ਵਿੱਚ। ਸੋ ਇਹਦੇ ਵਿੱਚ ਵੀ ਇਸੇ ਤਰ੍ਹਾਂ ਇਹਨਾਂ ਨੇ ਫੋਲੋ ਕੀਤਾ ਹੈ ਕਿ ਸੋ ਇਹਨਾਂ ਨੇ ਮੇਰੇ ਅਕੋਰਡਿੰਗ ਇਹਨਾਂ ਨੇ ਡਬਲ ਕੈਂਡੀਡੇਟ ਬੁਲਾਏ ਹੋ ਸਕਦੇ ਆ। ESM ਐਕਸ ਸਰਵਿਸਮੈਨ ਜਰਨਲ ਦੀ 68.50 ਤੇ 68.25 ਵਾਲਿਆਂ ਨੂੰ ਬੁਲਾਇਆ ਗਿਆ ਵਾ, ਠੀਕ ਆ, ਜ਼ਾਬਰ ਸਿੰਘ ਤੇ ਨਵਦੀਪ ਸਿੰਘ। ਤੇ ਨੈਕਸਟ ESM SC ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਟੋਟਲ 6 ਕੈਂਡੀਡੇਟਸ ਨੂੰ 2 ਸ਼ਿਫਟਾਂ ਦੇ ਵਿੱਚ ਬੁਲਾਇਆ ਗਿਆ ਵਾ, ਜਿਹਦੇ ਵਿੱਚ ਕਿ ਕੱਟ ਆਫ ਕਿੰਨੀ ਫਾਲੋ ਕਰ ਰਹੀ ਹੈ ਇਹਦੇ ਵਿੱਚ। ਸੋ ਇਹਦੇ ਵਿੱਚ ਸੈਲਫ ਦੀ 37 ਇੱਥੇ ਸ਼ੋਅ ਕਰ ਰਹੀ ਆ, ਠੀਕ ਆ ਜੀ। ਸੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਸੋ ਇਹ ਦੇਖਣਾ ਪਏਗਾ ਕਿ ਇਹਦੀ ਕੱਟ ਆਫ ਇਹਨਾਂ ਨੇ ਸ਼ਾਇਦ 35% ਤਾਂ ਨਹੀਂ ਸੀ ਰੱਖੀ, ਕਿਉਂਕਿ ਮੇਰੇ ਅਕੋਰਡਿੰਗ ਇਹਨਾਂ ਨੇ 40% ਕੱਟ ਆਫ ਰੱਖੀ ਸੀ। ਸੋ ਇੱਥੇ 37 ਨੰਬਰ ਵੀ ਸ਼ੋਅ ਹੋ ਰਹੇ ਆ। ਸੋ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਹੋਏਗਾ, ਹੋ ਸਕਦਾ ਇਹਦਾ ਕੋਈ ਸੋਧ ਪੱਤਰ ਆ ਜਾਵੇ। ਸੋ ਨੈਕਸਟ ਆਪਾਂ ਦੇਖਾਂਗੇ ਐਕਸ ਸਰਵਿਸਮੈਨ BC ਦੀ। BC ਦੇ ਵਿੱਚ ਇਹਨਾਂ ਨੇ ਸੈਲਫ ਨੂੰ ਇੱਕ ਕੈਂਡੀਡੇਟ ਨੂੰ ਬੁਲਾਇਆ, ਇੱਕ ਬੁਲਾਇਆ ਗਿਆ ਵਾ ਇਹਨਾਂ ਨੇ ਡਿਪੈਂਡੈਂਟ ਕੈਂਡੀਡੇਟ ਨੂੰ, ਠੀਕ ਆ ਜੀ, 60.75 ਵਾਲੇ ਨੂੰ ਦੂਜੇ ਲਈ ਤੇ ਪਹਿਲੇ ਲਈ 42.5 ਵਾਲੇ ਨੂੰ ਬੁਲਾਇਆ ਵਾ। ਸੋ ਸਪੋਰਟਸ ਕੈਟਾਗਰੀ ਦੀ ਆਪਾਂ ਗੱਲ ਕਰੀਏ ਅਜ਼ੀਜ਼ ਸਿੰਘ ਔਲਖ, ਠੀਕ ਆ ਜੀ, ਗੁਰਜੋਤ ਸਿੰਘ। ਸੋ ਇਹਨਾਂ ਨੂੰ ਵੀ ਇੱਕ ਕੈਟਾਗਰੀ ਨੂੰ ਬੁਲਾਇਆ ਗਿਆ ਵਾ, ਠੀਕ ਆ ਜੀ। ਸੋ IT ਆਫੀਸਰ ਦਾ ਜੋ ਪੇਪਰ ਹੋਇਆ ਸੀ ਉਹ 'ਚ ਓਪਨ ਕੈਟਾਗਰੀ ਦੇ ਵਿੱਚ ਜਰਨਲ ਕੈਟਾਗਰੀ ਨੂੰ 83.25 ਵਾਲੇ ਨੂੰ ਤੇ ਇੱਕ BC ਕੈਟਾਗਰੀ ਦੇ ਜੋ ਕੈਂਡੀਡੇਟ ਹੋਣਗੇ ਜੋ ਕਿ ਓਪਨ 'ਚ ਫਾਲ ਕਰਦੇ ਹੋਣਗੇ ਉਸ ਟਾਈਮ 80 ਵਾਲਿਆਂ ਨੂੰ ਇਹਨਾਂ ਨੂੰ ਬੁਲਾਇਆ ਗਿਆ। ਸੋ ਇਹਨਾਂ ਨੂੰ ਵੀ 2 ਨੂੰ ਬੁਲਾਇਆ ਗਿਆ ਵਾ। ਸੋ ਇਹ ਆ ਜੀ ਆਪਣੀ ESM ਐਕਸ ਸਰਵਿਸਮੈਨ ਦੀ ਜੋ ਲਿਸਟ ਹੈ। ਇਹਦੇ ਵਿੱਚ ਵੀ ਮੇਲ ਆਪਣੇ SC ਕੈਟਾਗਰੀ ਨੂੰ ਬੁਲਾਇਆ ਗਿਆ ਵਾ 55.25 ਡਿਪੈਂਡੈਂਟ ਟਾਈਪ ਆ ਇਹਨਾਂ ਦੀ ਮੇਲ। ਇਹਦੇ ਵਿੱਚ ਵੀ ਮਨੀਸ਼ ਸ਼ਰਮਾ ਨੂੰ ਬੁਲਾਇਆ ਗਿਆ, ਡਿਪੈਂਡੈਂਟ ਕੈਟਾਗਰੀ ਆ ਇਹਨਾਂ ਦੀ। ਸੋ ਐਕਸ ਸਰਵਿਸਮੈਨ ਸ਼ਾਇਦ ਡਿਪੈਂਡੈਂਟ ਹੋਏਗਾ ਇਹ। ਸੋ 43.25 ਬੁਲਾਇਆ ਗਿਆ ਵਾ ਇਹਦੇ ਵਿੱਚ। ਸੋ ਇਹ ਵੀ ਆਪਣਾ ਹੋ ਗਿਆ ਹੋਇਆ ਵਾ। ਸੋ ਸੀਨੀਅਰ ਮੈਨੇਜਰ ਦੀ ਵੱਡੀ ਲਿਸਟ ਹੈ। ਸੀਨੀਅਰ ਮੈਨੇਜਰ ਦੇ ਵਿੱਚ ਇਹਨਾਂ ਨੇ ਕਿੰਨੀ ਕੱਟ ਆਫ ਗਈ ਆ ਜੀ? ਸੀਨੀਅਰ ਮੈਨੇਜਰ ਦੀ ਕੱਟ ਆਫ ਇਹਦੇ ਵਿੱਚ 16 ਕੈਂਡੀਡੇਟਸ ਨੂੰ ਬੁਲਾਇਆ ਗਿਆ ਵਾ। ਫੀਮੇਲ ਦੀ 54.75 ਗਈ ਆ ਤੇ ਮੇਲ ਦੀ ਕਿੰਨੀ ਗਈ ਆ 59.5 ਗਈ ਆ ਜੀ ਕੱਟ ਆਫ, ਠੀਕ ਆ ਜੀ। ਮੇਲ ਦੀ 59.5 ਇਹਨਾਂ ਨੇ ਇਹਨਾਂ ਕੈਂਡੀਡੇਟਸ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਵਾ, ਠੀਕ ਆ ਜੀ। ਸੋ ਇਹ ਮੈਰਿਟ ਲਿਸਟ ਇੱਕ ਪ੍ਰੋਵੀਜ਼ਨਲ ਮੈਰਿਟ ਲਿਸਟ ਉਹਨਾਂ ਨੇ ਕਹਿਤਾ ਹੋਇਆ ਕਿ ਪ੍ਰੋਵੀਜ਼ਨਲ ਆ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਕੈਂਡੀਡੇਟਸ ਦਾ ਪੋਸਟ ਦੇ ਉੱਤੇ ਹੱਕ ਹੋਏਗਾ। ਸੋ ਜਿੰਨੀਆਂ ਸੀਟਾਂ ਹੋਣਗੀਆਂ ਉਹਨਾਂ ਨੂੰ ਹੀ ਉੱਪਰਲੀ ਮੈਰਿਟ ਵਾਲਿਆਂ ਨੂੰ ਮਿਲੇਗਾ ਜੋ ਕਾਉਂਸਲਿੰਗ ਦੇ ਵਿੱਚ ਸਫਲ ਹੋਣਗੇ। ਹਾਂ ਜੀ, ਸੀਨੀਅਰ ਮੈਨੇਜਰ ਦੇ ਵਿੱਚ ਦੇਖੋ ਜੀ, ਸੀਨੀਅਰ ਮੈਨੇਜਰ ਦੇ ਵਿੱਚ 45 ਨੰਬਰ ਦੇ ਉੱਤੇ BC ਕੈਟਾਗਰੀ ਦੀ ਕੈਂਡੀਡੇਟ ਇਹ ਫਾਲ ਕਰ ਰਹੇ ਆ। ਫੀਮੇਲ ਦੀ 45 ਜਾ ਰਹੀ ਆ ਤੇ ਇਸ ਟਾਈਮ ਮੇਲ ਦੀ ਜਾ ਰਹੀ ਆ 43.5, ਠੀਕ ਆ ਜੀ। ਸੀਨੀਅਰ ਮੈਨੇਜਰ ਦੀ ਗੱਲ ਹੋ ਰਹੀ ਆ ਇਹ ਆਪਣੀ। SC ਕੈਟਾਗਰੀ ਜੋ RO ਦੀ ਕੱਟ ਆਫ ਜਾ ਰਹੀ ਆ ਉਹ ਜਾ ਰਹੀ ਆ ਜੀ ਆਪਣੀ ਮੇਲ ਦੀ ਜਾ ਰਹੀ ਆ 44.75 ਜਾ ਰਹੀ ਆ। ਤੋਂ ਫੀਮੇਲ ਸ਼ਾਇਦ ਇਹਦੇ ਵਿੱਚ ਜੋ ਵੀ ਹੋਣਗੇ ਸੋ ਨਹੀਂ ਹੋਣਗੇ ਜਾਂ ਸੀਟਸ ਨਹੀਂ ਹੋਣਗੀਆਂ, ਇੱਦਾਂ ਸ਼ੁਰੂ ਹੋਊਗਾ, ਠੀਕ ਆ ਜੀ। ਸੋ ਇਹ ਸਾਰੀ ਕੱਟ ਆਫ ਸੀ। ਇਹ ਸਾਰੀਆਂ ਲਿਸਟਾਂ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਸੈਂਡ ਕਰ ਦਿੱਤੀਆਂ ਨੇ, ਤੁਸੀਂ ਦੇਖ ਸਕਦੇ ਹੋ। ਸੋ ਇਹ ਕੱਟ ਆਫ ਦਾ ਮਤਲਬ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਹੋਇਆ ਵਾ ਇੱਥੇ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਇਹ ਕੱਟ ਆਫ ਸਿਰਫ ਇੱਕ ਕਾਉਂਸਲਿੰਗ ਲਈ ਕੱਟ ਆਫ ਨਿਰਧਾਰਿਤ ਕੀਤੀ ਆ। ਇਹਦਾ ਮਤਲਬ ਇਹ ਨਹੀਂ ਕਿ ਇਸ ਮੈਰਿਟ ਲਿਸਟ ਸਿਰਫ ਪ੍ਰੋਵੀਜ਼ਨਲ ਬੇਸ ਦੇ ਉੱਤੇ ਆ। ਜਿਹੜੇ ਵੀ ਕੈਂਡੀਡੇਟਸ ਜਿੰਨੀਆਂ ਵੀ ਸੀਟਾਂ ਹੋਣਗੀਆਂ ਜੋ ਕੈਂਡੀਡੇਟ ਸਫਲ ਹੋਣਗੇ ਉਹਦੇ ਅਨੁਸਾਰ ਹੀ ਚੁਣੇ ਜਾਣਗੇ। ਸੋ ਕਾਉਂਸਲਿੰਗ ਲਈ ਸਾਰੇ ਜਾਣੇ ਆਪਦੇ ਜਾਓ। ਸੋ ਕੱਟ ਆਫ ਕਾਫੀ ਥੱਲੇ ਚਲੇ ਗਈ ਹੈ। ਅਗਰ ਆਪਾਂ ਦੇਖੀਏ ਤਾਂ ਜਰਨਲ ਅਤੇ EWS ਕੈਂਡੀਡੇਟ ਨੂੰ ਛੱਡ ਦਈਏ ਤਾਂ ਜਿਹੜੇ ਦੂਸਰੇ ਕੈਂਡੀਡੇਟਸ ਜੋ ਹੈ ਨਾ ਉਹਦੀ ਕੱਟ ਆਫ ਕਾਫੀ ਥੱਲੇ ਜਾ ਰਹੀ ਆ। ਸੋ ਬਹੁਤ ਹੀ ਗੋਲਡਨ ਚਾਂਸ ਆ ਹਰੇਕ ਲਈ, ਚਾਹੇ ਜਰਨਲ ਕੈਟਾਗਰੀ ਆ EWS ਦੀ ਵੀ ਅਗਰ ਆਪਾਂ ਦੇਖੀਏ 2-2 3-3 ਨੰਬਰ ਥੱਲੇ ਆ ਚੁੱਕੀ ਆ। ਸੋ ਸਾਰਿਆਂ ਨੂੰ ਪੂਰਾ ਚਾਂਸ ਆ ਕਿ ਇਹਦੇ ਵਿੱਚ ਜਾਓ, ਆਪਦਾ ਵਧੀਆ ਆਲ ਦੀ ਬੈਸਟ ਤੁਹਾਨੂੰ ਸਾਰਿਆਂ ਨੂੰ। ਸੋ ਅਗਰ ਤੁਹਾਨੂੰ ਕਿਤੇ ਵੀ ਜੁਆਇਨਿੰਗ ਮਿਲਦੀ ਆ ਤਾਂ ਤੁਸੀਂ ਜੁਆਇਨ ਜ਼ਰੂਰ ਕਰੋ ਮੇਰੇ ਹਿਸਾਬ ਦੇ ਨਾਲ, ਕਿਉਂਕਿ ਇਸ ਟਾਈਮ ਦੇ ਉੱਤੇ ਕਿਸੇ ਵੀ ਭਰਤੀ ਦਾ ਕੋਈ ਵੀ ਉਹ ਨਹੀਂ ਹੈਗਾ ਕਿ ਕਦੋਂ ਤੱਕ ਕਿਹੜੀ ਸਿਰੇ ਚੜੇਗੀ। ਸੋ ਇਸ ਲਈ ਆਪਾਂ ਨੂੰ ਆਪਣਾ ਫਿਊਚਰ ਸਿਕਿਉਰ ਕਰਨਾ ਚਾਹੀਦਾ ਵਾ। ਸੋ
ਪੇਰੋਲ ਵੀ ਅਗਰ ਆਪਾਂ ਗੱਲ ਕਰੀਏ ਤਾਂ ਸੇਮ ਹੀ ਜਾ ਰਿਹਾ ਵਾ ਆਲਮੋਸਟ, ਜਿਹੜੀ ਗਰੁੱਪ ਸੀ ਦੀ 19900 ਹੀ ਜਾ ਰਿਹਾ। ਸੋ ਤੁਹਾਨੂੰ ਜੁਆਇਨ ਕਰਨਾ ਚਾਹੀਦਾ ਜਿਨ੍ਹਾਂ ਕੈਂਡੀਡੇਟਸ ਦਾ ਵੀ ਨਾਮ ਇਹਦੇ ਵਿੱਚ ਆ ਰਿਹਾ ਵਾ, ਠੀਕ ਆ ਜੀ। ਸੋ ਇਹਨਾਂ ਨੂੰ ਕਿਸੇ ਨੂੰ ਵੀ ਇਹਦੇ ਵਿੱਚ ਇਦਾਂ ਨਹੀਂ ਕਰਨਾ ਚਾਹੀਦਾ ਕਿ ਸੀਟ ਨਹੀਂ ਖਰਾਬ ਕਰਨੀ ਆਪਾਂ ਕਿਤੇ ਵੀ, ਠੀਕ ਆ। ਸੋ ਇਹ ਹੋਵੇ ਕਿ ਜੋ ਵੀ ਲੋੜਵੰਦ ਬੱਚਾ ਹੋਵੇਗਾ ਉਹਨੂੰ ਸੀਟ ਮਿਲਣੀ ਚਾਹੀਦੀ ਆ। ਸੋ ਤੁਹਾਨੂੰ ਇਹਦੇ ਲਈ ਬਸ ਇਹੀ ਆ ਕਿ ਮੈਂ ਤੁਹਾਨੂੰ ਇਹੀ ਕਹਿਣਾ ਵਾ, ਆਲ ਦੀ ਬੈਸਟ ਕਹਿਣਾ ਵਾ ਕਿ ਜਾਓ ਆਪਣੀ ਕਾਉਂਸਲਿੰਗ ਅਟੈਂਡ ਕਰੋ ਤੇ ਆਪਣੀ ਵਧੀਆ ਜੌਬ ਲੱਗੋ ਤੇ ਜੁਆਇਨ ਕਰੋ, ਤੇ ਅਗਲੇ ਤੁਸੀਂ ਵਧੀਆ ਆਫੀਸਰ ਲੈਵਲ ਦੀ ਉਸ ਤੋਂ ਬਾਅਦ ਤਿਆਰੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡਾ ਫਿਊਚਰ ਸਿਕਿਉਰ ਹੋ ਜਾਏਗਾ, ਠੀਕ ਹੈ ਜੀ। ਸੋ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ। ਜੀਕੇ ਦੀ ਤਿਆਰੀ ਅਗਰ ਤੁਸੀਂ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਆਉਣ ਵਾਲੇ ਪੇਪਰਾਂ ਲਈ ਕਰ ਰਹੇ ਹੋ, ਜੀਕੇ ਤੇ ਪੰਜਾਬ ਜੀਕੇ ਦੀ ਆਪਾਂ ਪੂਰੀ ਤਿਆਰੀ ਕਰਵਾ ਰਹੇ ਹਾਂ। ਮਾਡਰਨ ਹਿਸਟਰੀ ਕਰ ਰਹੇ ਹਾਂ, ਪੰਜਾਬ ਜੀਕੇ ਕਰ ਰਹੇ ਹਾਂ, ਤੇ ਨਾਲ ਹੀ ਆਪਾਂ ਇਹਦੇ ਵਿੱਚ ਆਪਣਾ ਪੋਲਿਟੀ ਕਰ ਰਹੇ ਹਾਂ, ਠੀਕ ਆ। ਸੋ ਸਟੈਟਿਕ ਜੀਕੇ ਆਪਣੀ ਇਸ ਹਫਤੇ ਕਲਾਸ ਸ਼ੁਰੂ ਹੋ ਜਾਏਗੀ। ਸੋ ਸਾਰੀ ਜੀਕੇ ਤੁਹਾਨੂੰ ਪੰਜਾਬੀ ਪਲੱਸ ਅੰਗਰੇਜ਼ੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਆਪਾਂ ਕਰਵਾ ਰਹੇ ਹਾਂ ਵਿਦ PDF ਆਪਾਂ ਟੈਲੀਗ੍ਰਾਮ ਤੇ ਫ੍ਰੀ ਆਫ ਕਾਸਟ ਦੇ ਰਹੇ ਹਾਂ, ਠੀਕ ਆ ਜੀ। ਸੋ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਜਾਂ ਇਨਫੋਰਮੇਸ਼ਨ ਦੇ ਨਾਲ।